ਹਾਜ਼ਰੀ ਹੈ ਜੀ। मैं हाँ तुहाडे नाल रमनदीप कौर ते जेके चैनल के माध्यम के राही तुसीं जुड़ चुके हो साडे नाल ते गलबात करांगे उस विषय के उत्ते जिहड़ा बहुत जरूरी बनदा ते सिख संगत दे नाल संबंध रखदा विषा ते अज बई मेरे नाल स्टूडियो विच मौजूद ने गलबात करन दे लई डिस्ट्रिक्ट गुरुद्वारा प्रबंधक कमेटी के जनरल सकत्तर सरदार फतेह सिंह जी। बहुत बहुत स्वागत है फतेह सिंह जी तुहाडा साडे स्टूडियो के अंदर। ते अज साडा जिहड़ा मेन मुद्दा जिहड़ी मेन गल दा जिहड़ा साडा फोकस रहेगा वो जिहड़ा तुसीं अज ही ऐलान कीता वा जिहड़ी डिस्ट्रिक्ट गुरुद्वारा प्रबंधक कमेटी दी चोणां नूं लैके चोणां दा जिहड़ा तुसीं भी काफ़ी समय तो अपनी सेवावां जिहड़ियां दे रहे हो तुसीं जनरल सकत्तर दे तौर दे उत्ते। सब तो पहला तो मैं ये जाणूगी भी पिछली वार की कुछ चोणां दे बाद जदों तुहाडे कोल तुसीं जनरल सकत्तर बणे हो की कुछ उस समय दे काम रहे ते गां अगर तुसीं हुण तुहानूं सेवा दा मौका मिलदा ते गां वाले की कुछ काम रह सकदे ने? पिछले समय ਦੇ ਵਿੱਚ ਜਦੋਂ ਅਸੀਂ ਇਲੈਕਸ਼ਨ ਜਿੱਤ ਕੇ ਆਏ ਤੇ ਪਹਿਲਾ ਨੰਬਰ ਅਸੀਂ ਮੈਂਬਰ ਤਾਂ ਸੀ ਲੇਕਿਨ ਅਸੀਂ ਹੋਂਦ ਵਿੱਚ ਨਹੀਂ ਆਏ ਤੇ ਤਕਰੀਬਨ 3 ਸਾਲ ਤੋਂ ਬਾਅਦ ਫਿਰ ਸਾਨੂੰ ਮੌਕਾ ਬਣਿਆ। ਫਿਰ ਮੈਂ ਜਨਰਲ ਸਕੱਤਰ ਬਣਿਆ। ਉਸ ਤੋਂ ਬਾਅਦ ਅਸੀਂ ਇੱਕ ਤਾਂ ਸਾਡੇ ਆਪਸ ਵਿੱਚ ਕੁਝ ਭੇਦਭਾਵ ਸੀ ਉਸ ਨੂੰ ਅਸੀਂ ਖਤਮ ਕਰਾਇਆ ਕਿਉਂਕਿ ਸਤਿਕਾਰਯੋਗ ਸਾਡੇ ਜਿਹੜੇ ਮਾਨਯੋਗ ਮਹੰਤ ਸਾਹਿਬ ਜੀ ਹਨ ਉਹਨਾਂ ਨੂੰ ਉੱਥੇ ਜਦੋਂ ਵੀ ਕੋਈ ਵੱਡਾ ਸਮਾਗਮ ਹੁੰਦਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪੁਰਬ ਹੁੰਦਾ ਸੀ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਹੁੰਦਾ ਸੀ ਉੱਥੇ ਸੱਦਾ ਨਹੀਂ ਸੀ ਦਿੱਤਾ ਜਾਂਦਾ। ਕੁਝ ਮਤਭੇਦ ਸਨ ਜਿਸ ਤਰ੍ਹਾਂ ਦੋ ਪਾਰਟੀਆਂ ਹੁੰਦੀਆਂ ਨੇ ਤਾਂ ਫਿਰ ਅਸੀਂ ਵਜ਼ੀਰ ਸਾਹਿਬ ਨਾਲ ਇਹ ਗੱਲਬਾਤ ਕਰਕੇ ਮੇਰੇ ਨਾਲ ਸਤਿਕਾਰਯੋਗ ਸਰਦਾਰ ਰਮਨੀਕ ਸਿੰਘ ਜੀ ਜਿਹੜੇ ਗਾਂਧੀ ਨਗਰ ਤੋਂ ਜਿੱਤੇ ਨੇ, ਸਤਿਕਾਰਯੋਗ ਹਰਜਿੰਦਰ ਸਿੰਘ ਜੀ ਰੈਣਾ ਤੇ ਦਰਵਿੰਦਰ ਸਿੰਘ ਜੀ, ਰਾਜਾ ਸਿੰਘ ਜੀ, ਅਸਾਂ ਸਾਰਿਆਂ ਨੇ ਕੋਸ਼ਿਸ਼ ਕਰਕੇ ਫਿਰ ਮਹੰਤ ਸਾਹਿਬ ਨਾਲ ਸਾਡਾ ਟਾਈ ਅਪ ਹੋਇਆ। ਉਸ ਤੋਂ ਬਾਅਦ महापुरुष हर समागम ਦੇ ਵਿੱਚ ਉੱਥੇ ਜਾਂਦੇ ਰਹੇ। ਸਭ ਤੋਂ ਵੱਡੀ ਸਾਡੀ ਆਪਸ ਵਿੱਚ ਜੋ ਥੋੜੀ ਫ੍ਰੈਕਸ਼ਨ ਸੀ ਉਹ ਅਸੀਂ ਦੂਰ ਕਰਕੇ ਦੋਵਾਂ ਪਾਰਟੀਆਂ ਨੂੰ ਇਕੱਠਾ ਕਰਕੇ ਇੱਕ ਮੰਚ ਤੇ ਬਿਠਾਤਾ। ਜਦੋਂ ਵੀ ਮਹੰਤ ਸਾਹਿਬ ਕੋਈ ਫੰਕਸ਼ਨ ਹੁੰਦਾ ਸੀ ਉਸ ਤੇ ਚਾਹੇ ਉਹ ਨਗਰ ਕੀਰਤਨ ਹੋਵੇ ਉਸ ਦੇ ਵਿੱਚ ਪਾਰਟਿਸਿਪੇਟ ਕਰਦੇ ਸਨ ਤੇ ਚਾਹੇ ਉੱਥੇ ਮਹਾਰਾਣੀ ਚਾਂਦ ਕੌਰ ਸਮਾਧ ਤੇ ਜਿੱਥੇ ਸਾਡਾ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚਾਂਦ ਨਗਰ ਹੈ ਵੱਡੇ ਫੰਕਸ਼ਨ ਵੀ ਮਹੰਤ ਸਾਹਿਬ ਜੀ ਹਰ ਫੰਕਸ਼ਨ ਵਿੱਚ ਪਹੁੰਚਦੇ ਸਨ। ਇਹ ਇੱਕ ਸਾਡੀ ਬੜੀ ਵੱਡੀ ਪ੍ਰਾਪਤੀ ਸੀ ਜੀ। ਉਸ ਤੋਂ ਬਾਅਦ ਜਦੋਂ ਵੀ ਅਸੀਂ ਕੋਈ ਵੱਡਾ ਫੰਕਸ਼ਨ ਕਰਦੇ ਸੀ ਤੇ ਜਿੰਨੇ ਵੀ ਸਾਡੇ ਪੋਲੀਟੀਕਲ ਕੋਈ ਆਂਦਾ ਸੀ ਤੇ ਅਸੀਂ ਆਪਣੀਆਂ ਮੰਗਾਂ ਰੱਖਦੇ ਸੀ। ਜਿਸ ਤਰ੍ਹਾਂ ਸਾਡੀ ਪੰਜਾਬੀ ਦਾ ਮੁੱਦਾ ਪਿੱਛੇ ਉੱਠਿਆ ਉਹਦੇ ਵਿੱਚ ਅਸੀਂ ਪਿਛਲੀ ਵਾਰ ਐਲਜੀ ਸਾਹਿਬ ਨੂੰ ਬੁਲਾ ਕੇ ਇਹ ਮੁੱਦਾ ਰੱਖਿਆ। ਉਹਨਾਂ ਨੇ ਐਸ਼ੋਰੈਂਸ ਕੀਤਾ ਕਿ ਮੈਂ ਜਲਦੀ ਤੋਂ ਜਲਦੀ ਤੁਹਾਡੀ ਪੰਜਾਬੀ ਲਾਗੂ ਕਰਵਾਵਾਂ। 5 ਲੈਂਗੁਏਜ ਨੂੰ ਅਫੀਸ਼ੀਅਲ ਲੈਂਗੁਏਜ ਦਾ ਦਰਜਾ ਦਿੱਤਾ ਗਿਆ ਪਰ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਾਹਰ ਰੱਖਿਆ ਗਿਆ ਸੀ। ਉਸ ਦੇ ਵਾਸਤੇ ਅਸੀਂ ਪ੍ਰੋਟੈਸਟ ਵੀ ਕੀਤੇ ਨੇ ਤਾਂ ਪ੍ਰੈਸ ਕਾਨਫਰੰਸਾਂ ਵੀ ਹੋਈਆਂ ਨੇ। ਫਿਰ ਲੇਕਿਨ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਆਇਆ ਫਿਰ ਅਸੀਂ ਵਿਸ਼ੇਸ਼ ਤੌਰ ਤੇ ਐਲਜੀ ਸਾਹਿਬ ਨੂੰ ਬੁਲਾਇਆ। ਐਲਜੀ ਸਾਹਿਬ ਨੇ ਫਿਰ ਸਾਡੇ ਨਾਲ ਵਾਅਦਾ ਕੀਤਾ ਕਿ ਮੈਂ ਜਲਦੀ ਤੋਂ ਜਲਦੀ ਪੰਜਾਬੀ ਲਗਾਵਾਂਗਾ ਲੇਕਿਨ ਹਾਲੇ ਤੱਕ ਤਾਂ ਹੋਈ ਨਹੀਂ ਲੇਕਿਨ ਸਾਡੀ ਕੋਸ਼ਿਸ਼ ਜਾਰੀ ਹੈ जी। तो तुसी कहा कि पंजाबी भाषा नूं लैके पर तुसी हुण गल कीती है कि एलजी साहब ने तुहानूं यकीन दवाया कि पंजाबी भाषा नूं लागू किया जाएगा। तो पीएमओ हाउस च जिहड़े बैठदे डॉक्टर जतिंदर सिंह ने वो भी मेन समागम दे उत्ते बड़ी वारी इस गल दे उत्ते यकीन दवा के गए ने ते असी वार वार उन्हां दी हां नूं वो भी समझिया जांदा सी कि शायद उम्मीद दी किरण आ पर एकदम इहो जिहा डिसीजन आउणा सामने की रिहा उदों साडे सिख समाज दे अंदर किहो जिही हलचल भी मची होनी आ ते उस दे बाद इस हलचल नूं लगदा नहीं कि बरकरार रखे रहना चाहिए भी उसनूं थमना नहीं चाहिए। कुछ ऐसे भी धਿਰਨ ਜਿਹੜੇ कि ये नहीं चाहते कि पंजाबी लगे लेकिन साडा सिख समाज जदों साडी पंजाबी लैंगुएज नूं बाहर रखिया गया साडे सारिਆਂ ਦੇ ਹਿਰਦੇ ਬਿਲੁੰਦੜੇ ਗਏ। बहुत दुखी सी बड़ा साडा विरोध भी होया पर ਇੱਥੇ ਦੇ ਜਿੰਨੇ ਵੀ ਨੇਤਾ ਉਹਨਾਂ ਕੋਲ ਜਾਂਦੇ ਸੀ ਇਹ ਕਹਿੰਦੇ ਜੀ ਸੈਂਟਰ ਚੋਂ ਬਣ ਕੇ ਆਇਆ ਕਿਉਂਕਿ ਯੂਟੀ ਬਣ ਗਿਆ ਹੁਣ ਇਸ ਦਾ ਕੰਟਰੋਲ ਦਿੱਲੀ ਵਿੱਚ ਹੈ ਤੇ ਸੈਂਟਰ ਗਵਰਨਮੈਂਟ ਨੇ ਜੋ ਬਣਾ ਕੇ ਭੇਜਿਆ ਉਹ ਅਸੀਂ ਅਨਾਉਂਸ ਕੀਤਾ। ਪਰ ਸੈਂਟਰ ਗਵਰਨਮੈਂਟ ਨੂੰ ਥੋੜੀ ਪਤਾ ਵੀ ਕਿੰਨੇ ਲੋਕ ਇੱਥੇ ਕਿੱਦਾਂ ਜਿਹੜੇ ਇੱਥੋਂ ਦੇ ਲੋਕ ਵਿਚਰਦੇ ਨੇ ਪਤਾ ਤਾਂ ਉਹਨਾਂ ਨੂੰ ਹੀ ਹੋਣਾ ਚਾਹੀਦਾ ਨਾ। ਡਾਕਟਰ ਜਤਿੰਦਰ ਸਿੰਘ ਨੂੰ ਵੀ ਅਸੀਂ ਮਿਲੇ ਆ ਉਹਨਾਂ ਨੇ ਵੀ ਕਿਹਾ ਮੈਂ ਜਲਦੀ ਤੋਂ ਜਲਦੀ ਲਾਗੂ ਕਰਵਾਵਾਂਗਾ। ਐਲਜੀ ਸਾਹਿਬ ਨਾਲ ਵੀ ਮਿਲੇ ਅਸੀਂ ਪ੍ਰੋਟੈਸਟ ਵੀ ਹੋਏ ਨੇ ਪ੍ਰੈਸ ਕਾਨਫਰੰਸ ਅਸੀਂ ਜਦੋਂ ਜਦ ਜਾਰੀ ਰੱਖੀ ਹੈ लेकिन हाले तक लागू नहीं हुई। पता नहीं उन्होंने की नीति है क्योंकि साडे सिख समाज दे बहुत बड़ा रोस है
ਇਹ ਆਉਣ ਦੇ ਸਮੇਂ ਵਿੱਚ ਪਤਾ ਲੱਗੇਗਾ ਇਸ ਦਾ ਕੀ ਨਤੀਜਾ ਨਿਕਲਦਾ। ਬਿਲਕੁਲ, ਅਗਰ ਗੱਲ ਕਰੀਏ ਕਿ ਪੜ੍ਹਨ ਦੀ ਗੱਲ ਅਸੀਂ ਵੱਖਰੀ ਕਰੀਏ ਤੇ ਲਗਭਗ ਕਹਿੰਦੇ ਨੇ ਕਿ 55% ਤੋਂ ਉੱਤੇ ਨੇ ਜਿਹੜੇ ਲੋਕ ਬੋਲਦੇ ਤੇ ਹੈਗੇ ਨੇ, ਵੱਖ-ਵੱਖ ਖੇਤਰਾਂ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਬੋਲਦੇ ਆ। ਚਲੋ ਕਿ ਹੁਣ ਨਿਕਲ ਕੇ ਨਤੀਜੇ ਕੀ ਆਉਂਦੇ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਤੁਸੀਂ ਆਪਣੀ ਰਾਏ ਰੱਖੀ ਹੈ। ਤੇ ਜੇਕਰ ਗੱਲ ਕਰੀਏ ਹੁਣ ਅਸੀਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ, ਤੇ ਇਹ ਤੁਸੀਂ ਸਮਾਂ ਮੰਗਿਆ, ਕੀ ਪਰੇਸ਼ਾਨੀਆਂ ਆ ਰਹੀਆਂ ਸੀ? ਕਿਉਂਕਿ ਚੋਣਾਂ ਦੀ ਜਿਹੜੀ ਮਿੱਥੀ ਹੋਈ ਜਿਹੜੀ ਡੇਟ ਸੀ ਉਹ ਕੋਈ ਵੱਖਰੀ ਤੋਂ ਅੱਗੇ ਹੁਣ ਤੁਸੀਂ ਕੀ ਸਮਾਂ ਮੰਗਿਆ ਗਿਆ ਕਿ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਸੀ, ਤੇ ਉਹ ਪਰੇਸ਼ਾਨੀਆਂ ਹੁਣ ਦੂਰ ਕਰਨ ਦਾ ਹੱਲ ਕੀ ਹੋਵੇਗਾ? ਉਹਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨੀ ਸਾਡੀ ਸਰਕਾਰ ਨੇ ਡੇਟ ਮਿੱਥੀ ਸੀ ਕਿ 24 ਮਾਰਚ ਤੱਕ ਜਿਨ੍ਹਾਂ ਨੇ ਆਪਣੇ ਵੋਟ ਨਹੀਂ ਬਣਾਇਆ ਹਲੇ ਤੱਕ ਉਹ ਬਣਾ ਲੈਣ। ਜਦੋਂ 24 ਤਰੀਕ ਹੋ ਗਈ ਤੇ ਸਾਡੇ ਪਾਸ ਕੁਝ ਲੋਕ ਕੀ ਆਏ, ਕੁਝ ਸਿੱਖ ਸੰਗਤ ਆਈ ਕਿ ਸਾਡੀਆਂ ਹਜੇ ਵੋਟਾਂ ਬਣੀਆਂ ਨਹੀਂ, ਸਾਨੂੰ ਕੁਝ ਸਮਾਂ ਹੋਰ ਦਿੱਤਾ ਜਾਏ। ਫਿਰ ਅਸੀਂ ਆਪਣੇ ਜੋ ਸਾਡੇ ਚੇਅਰਮੈਨ ਨੇ ਤਰਲੋਚਨ ਸਿੰਘ ਵਜ਼ੀਰ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਫਿਰ ਇੱਕ ਲੈਟਰ ਲਿਖਿਆ ਡੀਸੀ ਸਾਹਿਬ ਨੂੰ ਤੇ ਸਰਕਾਰ ਨੂੰ। ਡੀਸੀ ਸਾਹਿਬ ਨੇ ਫਿਰ ਉਹ ਅੱਗੇ ਮਨਜ਼ੂਰੀ ਲੈ ਕੇ ਤੇ ਪਰਸੋਂ ਹੀ ਸਾਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਇਹ ਡੇਟ 24 ਤਰੀਕ ਤੋਂ ਐਕਸਟੈਂਡ ਕਰਕੇ 7 ਅਪ੍ਰੈਲ ਤੱਕ ਕਰ ਦਿੱਤੀ ਹੈ। ਜਿਹੜੀਆਂ ਨੌਜਵਾਨ ਬੱਚੇ 18 ਸਾਲ ਦੇ ਹੋ ਗਏ ਨੇ ਉਹਨਾਂ ਨੂੰ ਵੀ ਮੌਕਾ ਮਿਲੇ ਉਹ ਵੋਟਾਂ ਆਪਣੀਆਂ ਤਿਆਰ ਕਰਵਾਉਣ। ਉਹਦੇ ਵਿੱਚ ਜੋ ਉਹਨਾਂ ਨੇ ਕੰਡੀਸ਼ਨ ਰੱਖੀ ਹੈ, ਜਿਸ ਤਰ੍ਹਾਂ ਇੱਕ ਆਧਾਰ ਕਾਰਡ, ਫੋਟੋਗ੍ਰਾਫ, ਰਾਸ਼ਨ ਕਾਰਡ ਦੀ ਕਾਪੀ ਲੈ ਕੇ ਆਪਣੇ BLO ਕੋਲ ਜਾ ਕੇ ਵੋਟਾਂ ਬਣਾ ਸਕਦੇ। ਇਸ ਕਰਕੇ ਐਕਸਟੈਂਡ ਡੇਟ ਮੰਗੀ ਕਿਉਂਕਿ ਵੋਟਾਂ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਹੋ ਚੁੱਕੀਆਂ। ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਕਿ ਆਬਜੈਕਸ਼ਨ ਫਾਈਲ ਕਰਨਾ, ਕਿਸੇ ਦੇ ਕੋਈ ਇਥੋਂ ਚਲਾ ਗਿਆ ਹੈ, ਕੋਈ ਬਜ਼ੁਰਗ ਅਗਰ ਡੈਥ ਹੋ ਗਈ ਹੈ, ਉਹਨਾਂ ਦੀਆਂ ਵੋਟਾਂ ਕੈਂਸਲ ਕਰਾਉਣ ਲਈ ਤੁਸੀਂ ਆਬਜੈਕਸ਼ਨ ਦਾ ਜਿਹੜਾ ਟਾਈਮ ਹੈ ਉਹ 13 ਅਪ੍ਰੈਲ ਤੱਕ ਦਿੱਤਾ ਗਿਆ ਹੈ। ਇਸ ਕਰਕੇ ਅਸੀਂ ਐਕਸਟੈਂਡ ਡੇਟ ਮੰਗੀ ਹੈ ਵੋਟਾਂ ਵਾਸਤੇ। ਬਾਕੀ ਇਲੈਕਸ਼ਨ ਵਾਸਤੇ ਅਸੀਂ ਕੋਈ ਐਕਸਟੈਂਡ ਡੇਟ ਅਜੇ ਉਹ ਇਲੈਕਸ਼ਨ ਦੀ ਡੇਟ ਅਨਾਉਂਸ ਵੀ ਨਹੀਂ ਹੋਈ ਹੈ। ਇਹ ਸਿਰਫ ਵੋਟਰ ਲਈ ਜੋ ਗਵਰਨਮੈਂਟ ਨੇ ਸਾਨੂੰ ਨੋਟੀਫਿਕੇਸ਼ਨ ਕੱਢਿਆ ਸੀ ਉਸ ਦੀ ਅਸੀਂ ਐਕਸਟੈਂਡ ਡੇਟ ਕਰਵਾਈ ਜੀ। ਤੇ ਅਗਰ ਗੱਲ ਕੀਤੀ ਜਾਵੇ ਕਿ ਉਮੀਦਵਾਰਾਂ ਦੀ, ਜੰਮੂ ਡਿਸਟ੍ਰਿਕਟ ਦੇ ਅੰਦਰ ਤੇ ਕਸ਼ਮੀਰ ਡਿਸਟ੍ਰਿਕਟ ਦੇ ਅੰਦਰ ਵੱਖਰੇ ਕਿੰਨੇ ਉਮੀਦਵਾਰ ਨੇ ਜਿਹੜੇ ਇਸ ਚੋਣ ਦੇ ਵਿੱਚ ਉਤਰਦੇ ਨੇ? ਤਕਰੀਬਨ 11 ਡਿਸਟ੍ਰਿਕਟ ਨੇ। 11 ਡਿਸਟ੍ਰਿਕਟ ਦੇ ਵਿੱਚ 11 ਮੈਂਬਰ ਖੜੇ ਹੁੰਦੇ ਨੇ। ਠੀਕ ਹੈ। ਹਾਂ, ਤੇ ਜੰਮੂ ਦੇ 11 ਇਸੇ ਤਰ੍ਹਾਂ श्रीनगर ਦੇ ਵਿੱਚ, ਤੇ ਜੰਮੂ ਦਾ ਸਾਡਾ ਕਠੂਆ ਡਿਸਟ੍ਰਿਕਟ ਲੱਗ ਗਿਆ, ਸਾਂਬਾ ਡਿਸਟ੍ਰਿਕਟ ਲੱਗ ਗਿਆ, ਜੰਮੂ ਡਿਸਟ੍ਰਿਕਟ, ਜਿਸ ਤਰ੍ਹਾਂ ਪੁੰਛ ਡਿਸਟ੍ਰਿਕਟ, ਰਿਆਸੀ ਡਿਸਟ੍ਰਿਕਟ, ਡੋਡਾ, ਭਦਰਵਾਹ, ਕਿਸ਼ਤਵਾੜ, ਇਸ ਤਰ੍ਹਾਂ 11 ਜੰਮੂ ਦੇ ਜਾਂ 10 श्रीनगर ਦੇ, ਇੱਕ ਹੀ ਡਿਸਟ੍ਰਿਕਟ ਪੂਰੇ ਨੇ, ਉਹਨਾਂ ਵਿੱਚ ਚੋਣਾਂ ਹੁੰਦੀਆਂ ਨੇ ਜੀ। ਤੇ ਗੱਲ ਕੀਤੀ ਜਾਵੇ ਅਗਰ ਕੀ ਰਹਿੰਦਾ ਕਿ ਉਮੀਦਵਾਰਾਂ ਦੇ ਲਈ ਕੋਈ ਹਜੇ ਡਿਸਾਈਡ ਹੋਇਆ ਕਿ ਕਿਹੜੇ ਉਮੀਦਵਾਰ ਨੇ ਜਿਹੜੇ ਚੋਣ ਲੜਨ ਦੇ ਲਈ ਮੂਹਰੇ ਆ ਰਹੇ ਨੇ? ਕੁਝ ਉਹਦੇ ਵਾਸਤੇ ਹਜੇ ਫਾਈਨਲ ਨਹੀਂ ਹੋਇਆ, ਲੇਕਿਨ ਕੁਝ ਨਵੇਂ ਚਿਹਰੇ ਸਾਹਮਣੇ ਆ ਰਹੇ ਨੇ। ਜਿਸ ਤਰ੍ਹਾਂ ਸਾਡੇ ਗਾਂਧੀ ਨਗਰ ਦੇ ਵਿੱਚ ਰਮਨੀਕ ਸਿੰਘ ਜੀ ਮੈਂਬਰ ਨੇ, ਪਹਿਲੀ ਵਾਰ ਇਹਨਾਂ ਨਾਲ ਅਤਰ ਸਿੰਘ ਜੀ ਇਲੈਕਸ਼ਨ ਲੜੇ ਸੀਗੇ, ਲੇਕਿਨ ਐਤਕਾਂ ਕੁਝ ਹੋਰ ਵੀ ਮੈਂਬਰ ਆ ਰਹੇ ਨੇ ਸਾਹਮਣੇ ਜਿਹੜੇ ਇਲੈਕਸ਼ਨ ਲੜਨਗੇ। ਜਿਸ ਤਰ੍ਹਾਂ ਗਾਡੀਗੜ੍ਹ ਦੇ ਵਿੱਚ ਇੱਕ ਦਾਸ ਇਲੈਕਸ਼ਨ ਲੜੇ ਸੀ, ਦੂਸਰੇ ਸਰਦਾਰ ਸੁਰਜੀਤ ਸਿੰਘ ਜੀ ਸੀ, ਤੇ ਇਸ ਵਾਰ ਹੋਰ ਵੀ ਨਾਮ ਆ ਰਹੇ ਨੇ, ਜਿਸ ਤਰ੍ਹਾਂ ਮਹਿੰਦਰ ਸਿੰਘ ਜੀ ਖਾਲਸਾ, ਉਹਨਾਂ ਦਾ ਨਾਮ ਵੀ ਆ ਰਿਹਾ ਕਿ ਉਹ ਵੀ ਇਲੈਕਸ਼ਨ ਲੜਨਗੇ। ਇਸ ਤਰ੍ਹਾਂ ਨਵੇਂ ਚਿਹਰੇ ਵੀ ਸਾਹਮਣੇ ਆਉਣਗੇ, ਲੇਕਿਨ ਉਹ ਅਜੇ ਫਾਈਨਲਾਈਜ਼ ਨਹੀਂ ਹੋਇਆ। ਉਸ ਦੇ ਨਾਲ ਮਾਨ ਸਾਹਿਬ ਨਾਲ ਬੈਠ ਕੇ ਸਾਡੀ ਮੀਟਿੰਗ ਹੋਵੇਗੀ, ਫਿਰ ਡਿਸਾਈਡ ਕੀਤਾ ਜਾਏਗਾ ਕਿਹਨਾਂ ਨੂੰ ਅਸੀਂ ਅੱਗੇ ਲਿਆਣਾ। ਤੇ ਇਹਨਾਂ ਚੋਣਾਂ ਦੇ ਲੜਨ, ਜਿੱਦਾਂ ਆਪਾਂ ਕਹਿੰਦੇ ਆ ਕਿ ਕੋਈ ਵੀ ਪੋਲੀਟੀਕਲ ਚੋਣਾਂ ਹੁੰਦੀਆਂ ਨੇ, ਇਹਨਾਂ ਚੋਣਾਂ ਦੇ ਲੜਨ ਦੇ ਲਈ ਵੀ ਕੋਈ ਲਿਮਿਟੇਸ਼ਨਸ ਕੁਝ ਨਿਰਧਾਰਿਤ ਕੀਤੀਆਂ ਜਾਂਦੀਆਂ ਹੋਣੀਆਂ ਨੇ? ਇਹਦੇ ਵਿੱਚ ਪੋਲੀਟੀਸ਼ੀਅਨ ਨੂੰ ਤੇ ਖਰਚੇ ਵਗੈਰਾ ਦਿੰਦੀ ਹੈ ਗਵਰਨਮੈਂਟ, ਕੋਈ ਉਹਨਾਂ ਦੀ ਹੱਦ ਹੁੰਦੀ ਹੈ। ਇਸ ਦੇ ਵਿੱਚ ਤੇ ਬਹੁਤੇ ਖਰਚੇ ਨਹੀਂ ਹੁੰਦੇ। ਇਹ ਆਪਣਾ ਪ੍ਰਚਾਰ ਗੁਰਦੁਆਰੇ ਵਿੱਚ ਹੀ ਅਸੀਂ ਜਾ ਕੇ ਕਰਦੇ ਹਾਂ। ਇਸ ਦੇ ਵਿੱਚ ਕੋਈ ਬਹੁਤੀ ਰਿਫਰੈਸ਼ਮੈਂਟ ਵਗੈਰਾ ਐਸਾ ਕੁਝ ਨਹੀਂ ਹੁੰਦਾ। ਸਵੇਰ ਦੇ ਟਾਈਮ ਸਮਾਗਮ ਹੁੰਦਾ ਗੁਰਦੁਆਰੇ 'ਚ, ਆਮ ਰੂਟੀਨ ਵਿੱਚ ਜਿਸ ਤਰ੍ਹਾਂ ਪ੍ਰੋਗਰਾਮ ਹੁੰਦੇ ਨੇ, ਉਸ ਟਾਈਮ ਹਰ ਮੈਂਬਰ ਨੂੰ ਇਹ ਅਧਿਕਾਰ ਹੈ ਗੁਰਦੁਆਰੇ ਜਾ ਕੇ ਆਪਣੀ ਗੱਲ ਰੱਖ ਸਕਦਾ ਸੰਗਤ ਦੇ ਸਾਹਮਣੇ ਜੀ। ਤੇ ਉਹ 1 ਮਹੀਨਾ ਪਹਿਲੇ ਇਹ ਪ੍ਰਕਿਰਤੀ ਸ਼ੁਰੂ ਹੋ ਜਾਂਦੀ ਹੈ। ਇਲੈਕਸ਼ਨ ਦੇ ਇੱਕ ਹਫ਼ਤਾ ਪਹਿਲੇ ਜੋ ਬੰਦ ਹੋ ਜਾਂਦਾ ਹੈ ਜਿਹੜਾ ਪ੍ਰਚਾਰ, ਉਹ ਬਿਲਕੁਲ ਜਿਸ ਤਰ੍ਹਾਂ ਪੋਲੀਟੀਕਲ ਇਲੈਕਸ਼ਨ ਹੁੰਦੇ ਨੇ ਉਸੇ ਤਰ੍ਹਾਂ ਹੁੰਦਾ ਹੈ, ਲੇਕਿਨ ਇਸ ਦੇ ਵਿੱਚ ਬਹੁਤਾ ਖਰਚਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ। ਕਿੰਨਾ ਕੁ ਲੋਕ ਵੱਧ ਚੜ ਕੇ ਵੀ ਹੁੰਗਾਰਾ ਮਿਲਦਾ ਜਾਂਦੇ ਨੇ ਵੋਟਾਂ ਪਾਉਣ ਦੇ ਲਈ? ਕਿਹੋ ਜਿਹਾ ਰਹਿੰਦਾ ਵੀ ਕੀ ਅਪੀਲ ਵੀ ਤੁਸੀਂ ਕਰਨਾ ਚਾਹੋਗੇ ਕਿ ਜਿਹੜੇ ਲੋਕ ਨਹੀਂ ਵੀ ਜਾਂਦੇ, ਅੱਜ ਤੱਕ ਨਹੀਂ ਵੀ ਹਿੱਸਾ ਲਿਆ, ਲੈਣਾ ਚਾਹੀਦਾ, ਜ਼ਰੂਰੀ ਵੀ ਬਣਦਾ? ਜੀ ਬਿਲਕੁਲ। ਅਸੀਂ ਇਹ ਅਪੀਲ ਕਰਦੇ ਹਾਂ ਵੱਧ ਤੋਂ ਵੱਧ VOTING ਕਰੋ। ਜਿਹੜਾ ਅੱਛਾ ਚਿਹਰਾ, ਜਿਹੜਾ ਗੁਰਸਿੱਖ ਹੈ, ਜਿਹੜਾ ਗੁਰਮਤ ਮਰਿਆਦਾ ਉੱਪਰ ਪੂਰਾ ਉਤਰਦਾ ਹੈ, ਪਹਿਲਾ ਨੰਬਰ ਉਸੇ ਹੀ ਵਿਅਕਤੀ ਨੇ ਇਲੈਕਸ਼ਨ ਲੜਨੀ ਚਾਹੀਦੀ ਜਿਹੜਾ ਅੰਮ੍ਰਿਤਧਾਰੀ ਹੋਵੇ, ਗੁਰੂ ਦੀ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਾ ਹੋਵੇ, ਜਿਸ ਨੂੰ ਆਪਣੇ ਇਤਿਹਾਸ ਦੀ ਨੌਲੇਜ ਹੋਵੇ, ਪੂਰੀ ਤਰ੍ਹਾਂ ਸਿੱਖ ਪੰਥ ਨੂੰ ਜਾਣਦਾ ਹੋਏ, ਉਹੀ ਅੱਗੇ ਆਏ ਤਾਂ ਕਿ ਆਪਣੀ ਕਮਿਊਨਿਟੀ ਨੂੰ ਸੇਧ ਦੇ ਸਕੇ। ਤੇ ਸਾਡਾ ਇਹੀ ਹੁੰਦਾ ਹੈ, ਮਾਨ ਸਾਹਿਬ ਜੀ ਵੀ ਕਹਿੰਦੇ ਨੇ ਕਿ ਜਿਹੜੇ ਐਸੇ ਬੰਦੇ ਅੱਗੇ ਆਣ ਜਿਹੜੇ
ਗੁਰਮਤ ਵਿੱਚ ਪੂਰੇ ਉਤਰਦੇ ਹੋਣ, ਅੰਮ੍ਰਿਤਧਾਰੀ ਹੋਣ, ਗੁਰੂ ਘਰ ਦੀ ਹਾਜ਼ਰੀ ਡੇਲੀ ਭਰਦੇ ਹੋਣ ਔਰ ਸੋਝੀ ਰੱਖਦੇ ਹੋਣ ਜੀ। ਬਿਲਕੁਲ ਉਹਨਾਂ ਕੈਂਡੀਡੇਟ ਨੂੰ ਹੀ ਅਸੀਂ ਅੱਗੇ ਲਿਆਂਦੇ ਹਾਂ। ਫਿਰ ਸੰਗਤ ਫੈਸਲਾ ਕਰਦੀ ਹੈ ਕਿ ਕਿਹੜਾ ਕੈਂਡੀਡੇਟ ਅੱਛਾ ਹੈ, ਕਿਸ ਨੂੰ ਵੋਟ ਦੇ ਕੇ ਕਾਮਯਾਬ ਕਰਨਾ ਹੈ। ਜਿਸ ਤਰ੍ਹਾਂ ਦਾਸ ਨੂੰ ਗਾਡੀਗੜ੍ਹ ਵਿੱਚੋਂ ਸੰਗਤ ਨੇ ਬੜੇ ਉਤਸ਼ਾਹ ਨਾਲ ਜਿਤਾ ਕੇ ਲਿਆਂਦਾ ਸੀ, ਤੇ ਉਸ ਹਿਸਾਬ ਨਾਲ ਉਹ ਸੰਗਤ ਫੈਸਲਾ ਕਰਦੀ ਹੈ। ਬਿਲਕੁਲ। ਤੇ ਜੇਕਰ ਗੱਲ ਕੀਤੀ ਜਾਵੇ ਕਿ ਸਮਾਜਿਕ ਕੰਮਾਂ ਦੇ ਲਈ ਜਿਹੜਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਵੀ ਫੰਡਿੰਗ ਹੁੰਦੀ ਆ, ਤੇ ਸਮਾਜਿਕ ਕੰਮਾਂ ਦੇ ਲਈ ਹੁਣ ਤੱਕ ਕਿੰਨੀ ਕੁ ਇਹ ਖਰਚੀ ਗਈ ਹੈ ਤੇ ਕਿੰਨਾ ਕੁ ਗਾਂ ਵੇਰਵਾ ਹੋ ਸਕਦਾ? ਕੀ ਕੁਝ ਸਮਾਜ ਦੇ ਲਈ, ਜਿਵੇਂ ਆਪਾਂ ਕਹਿ ਰਹੇ ਕੋਈ ਹਸਪੀਟਲ, ਕੋਈ ਬੱਚਿਆਂ ਦੇ ਲਈ ਸਕੂਲ, ਕਿ ਜਿਹੜਾ ਆਪਾਂ ਕਿ ਐਕਸਟਰਾ, ਚਲੋ ਇਹ ਫੰਡਿੰਗ ਵੀ ਹੁੰਦੀ ਹੈ, ਇਹਦੇ ਕੋਲੋਂ ਆਮਦਨ ਵੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋ ਸਕਦੀ ਹੈ, ਤੇ ਇੱਕ ਸਮਾਜ ਭਲਾਈ ਦਾ ਕੰਮ ਵੀ ਹੋ ਸਕਦਾ, ਕਿ ਲੱਗਦਾ ਨਹੀਂ ਵੀ ਐਸਾ ਕੋਈ ਕੰਮ ਹੋਣਾ ਚਾਹੀਦਾ? ਦੇਖੋ, ਜਿਸ ਤਰ੍ਹਾਂ ਪਿਛਲੇ 5 ਸਾਲ ਵਿੱਚ ਇੱਕ डिस्ट्रिक्ट गुरुद्वारा प्रबंधक कमेटी जम्मू के जिससे मैं बतौर जनरल सकत्तर मैं इस वे निभा रहा ड्यूटी, इस दे विच जो साडे गुरुद्वारे साडे अंडर आते हैं, करीबन साडे 5-6 गुरुद्वारे ऐसे ने जिन्हां चों गोलक का जो पैसा आता है उहदे विच असीं घट्टो घट्ट साडे जम्मू डिस्ट्रिक्ट के 6.5 लाख के करीब जिहड़े साडे मुलाजम ने उन्हां दी तनख्वाहां जांदियां ने। साडा जिहड़ा मसा करके सिस्टम चलदा है, कोई एक्सट्रा फंडिंग जिस तरह कोई गुरु घर दे दुकाना बनाई ने, टाली साहब बनाई ने, नानक नगर बनाई ने, या रघुनाथ बाजार, उन्हों का जो किराया वगैरह आता है, जो साढ़े कोल एक्सैस होंदा है, उस दे विच एक ते असी फ्री किताबां गुट के सैंचियां वो मंगा के, जिस तरह साढ़े एक शिरोमणी कमेटी ने साढ़े इंचार्ज भाई साहब भाई हरपिंदर सिंह जी नूं नियुक्त किया हुआ J&K वास्ते, उन्होंने नाल 10 प्रचारक ने, वो पिंडा थावां विच जा के वो प्रचार करते हैं सिੱਖੀ ਦਾ, ਤੇ ਜਿੱਥੇ ਜਿੱਥੇ ਕਿਸੇ ਨੂੰ ਜ਼ਰੂਰਤ ਪਏ ਸਹਿਜ ਪਾਠ ਕਰਦੇ ਨੇ ਕਈ ਲੋਕ, ਉਹ ਸੈਂਚੀਆਂ ਦੇ ਰੂਪ ਵਿੱਚ ਉਹ ਵੀ ਅਸੀਂ ਪ੍ਰੋਵਾਈਡ ਕਰਾਈਆਂ ਨੇ। ਪਿਛਲੇ ਦਿਨੀ ਅਸੀਂ ਖੁੱਲਾ ਅੰਗੂਰਾ ਦਿੱਤਾ ਸੀ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਉਸ ਦੇ ਵਿੱਚ ਸੰਗਤ ਜਿਹੜੀ ਸਹਿਜ ਪਾਠ ਕਰੇ ਉਹਨਾਂ ਦੇ ਫ੍ਰੀ ਆਫ ਕਾਸਟ ਸੈਂਚੀਆਂ ਅਸੀਂ प्रोवाइड करते हैं, ताकि घर बैठ के वो पाठ आरंभ कर देंगे गुरुद्वारा साहिब इकट्ठी संगत करके, तो घरों में सहज पाठ करन, ताकि गुरु तेग बहादुर पातशाह जी का जिस दिन गुरपुरब होए उस तो पहला असी एक हफ्ता भोग पवा के ताकि एक लहर चलाई है जम्मू के विच। वो साढ़े इंचार्ज हरपिंदर सिंह जी उन्होंने जिहड़े प्रचारक ने वो सारे पिंडा में जाके ये वर्क कर रहे हैं। जी बिल्कुल। तो सब तो पहला असीं अपने दर्शकों को सुना दईए कि अज जिहड़ा डिस्ट्रिक्ट गुरुद्वारा प्रबंधक कमेटी दे लैके जिहड़ी चोणां नूं लैके की कुछ तब्दीलियां आईयां ने, तां पहला साडे दर्शक वो सुन लैण। वाहिगुरू जी की फतेह। डिस्ट्रिक्ट गुरुद्वारा प्रबंधक कमेटी की जो इलैक्शन आ रही ने उस दे संबंध में आज प्रैस कॉन्फ्रेंस बुलाई गई है, जो कि पिछले दिनी सरकार ने एक नोटिफिकेशन जारी किया सी, जो कि सिख संगतां दीयां वोटां नहीं बनियां, 24 मार्च तक वो अपनी अपनी वोटां अपने अपने इलाके विच BLO को जाके तहसीलदार दफ्तर जाके बनवा सकते हैं। लेकिन कुछ संगतां दी शिकायत सी कि सानू पता नहीं लगा। वजीर साहब ने एक लैटर सरकार नूं लिखिया सी, सरकार ने वो डेट एक्सटेंड करके 7 अप्रैल तक वधा दी है। जिन्हां ने इस वक्त तक वोटां नहीं बनाईयां वो अपनी वोटां अपने अपने इलाके के BLO को जाके अपना ID प्रूफ, आधार कार्ड, राशन कार्ड, एक फोटो दे के वो बनवा लैन। उस तो बाद जो ऑब्जेक्शन फाइल करने का 13 तरीक लास्ट डेट है, ताकि आने वाले समय भी जो इलैक्शन आ रही है उस भी जिन्होंने नौजवानों ने अजे तक वोटां नहीं बनाईयां, वोटां बना के उस दे विच पार्टिसिपेट कर सकन अते चंगे चेहरे अगे लैन जिहड़े गुरमत के धारनी होवन। ऐसे कैंडीडेट नूं जिता के अगे लियाओ जो कि कौम की रहनुमाई कर सके। ਤਾਂ ਜਿੱਦਾਂ ਸਾਡੇ ਦਰਸ਼ਕਾਂ ਨੇ ਸੁਣਿਆ ਕਿ ਉਹ ਜਿਹੜਾ ਲੋਕਾਂ ਦੀ ਸਹੂਲਤ ਦੇ ਲਈ ਇਹ ਜਿਹੜੇ ਪਰਿਵਰਤਨ ਕੀਤੇ ਗਏ ਨੇ, ਜਿਨ੍ਹਾਂ ਦੇ 18 ਸਾਲ ਤੱਕ ਦੇ ਜਿਹੜੇ ਬੱਚੇ ਨੇ ਹਜੇ ਤੱਕ ਉਹਨਾਂ ਦੀਆਂ ਵੋਟਾਂ ਨਹੀਂ ਬਣੀਆਂ ਉਹ ਬਣਾ ਲਈਆਂ ਜਾਣ, ਤੇ ਜੋ ਵੀ ਕੁਝ ਕਮੀਆਂ ਨੇ, ਜੋ ਵੀ ਕੁਝ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਉਸ ਸਮੇਂ ਦੇ ਦੌਰਾਨ ਦੂਰ ਕਰ ਲਿਆ ਜਾਵੇ। ਤਾਂ ਹੁਣ ਮੇਰਾ ਇੱਥੇ ਫਤਿਹ ਸਿੰਘ ਜੀ ਤੁਹਾਨੂੰ ਇਹ ਵੀ ਸਵਾਲ ਰਹੇਗਾ ਕਿ ਆਪਾਂ ਕਹਿੰਦੇ ਹਾਂ ਕਿ ਕਿਤੇ ਨਾ ਕਿਤੇ ਜਿਹੜਾ ਹੁਣ ਦਾ ਦੌਰ ਆ ਫਾਈਨਾਂਸ ਦੀ ਜ਼ਰੂਰਤ ਪੈਂਦੀ ਹੋਈ ਰਹਿੰਦੀ ਆ, ਕਿ ਤੁਹਾਨੂੰ ਲੱਗਦਾ ਵੀ ਜ਼ਰੂਰਤ ਕਦੀ ਨਾ ਕਦੀ ਲੱਗਦਾ ਵੀ ਕਿਤੇ ਘੱਟ ਪੈ ਜਾਂਦਾ, ਜ਼ਿਆਦਾ ਹੋਣਾ ਚਾਹੀਦਾ? ਵੈਸੇ ਤਾਂ ਪਰਮਾਤਮਾ ਦੀ ਮਿਹਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ, ਪਰ ਜਿਹੜੀਆਂ ਵੀ ਹੁਣ ਦੇ ਹਿਸਾਬ ਦੇ ਨਾਲ ਜਿਹੜੀਆਂ ਸਹੂਲਤਾਂ ਨੇ, ਜਿਹੜੀਆਂ ਚੀਜ਼ਾਂ ਨੇ, ਉਹਨਾਂ ਨੂੰ ਪੂਰਾ ਕਰਨ ਦੇ ਲਈ ਕੀ ਪੂਰਾ ਪੈਂਦਾ ਸਾਰਾ? ਜਿਸ ਤਰ੍ਹਾਂ ਸਾਡੇ ਕੋਲ ਐਕਸੈਸ ਪੈਸਾ ਹੁੰਦਾ ਹੈ, ਫੰਡਿੰਗ ਹੁੰਦੀ ਹੈ, ਜਿਸ ਤਰ੍ਹਾਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਚਾਂਦ ਨਗਰ ਦੇ ਵਿੱਚ ਸਾਡੇ ਕਮਰੇ ਬਣੇ ਹੋਏ ਨੇ, ਜਿਤਨੇ ਵੀ ਰਿਹਾਇਸ਼ ਵਾਲੇ ਬਾਹਰੋਂ ਵੇਲੇ ਵੇਲੇ ਸਾਡੇ ਸਿੱਖ ਸੰਗਤ ਆਉਂਦੀ ਹੈ, ਦੂਸਰੇ ਵੀ ਆਉਂਦੇ ਨੇ, ਮਾਤਾ ਵੈਸ਼ਨੋ ਦੇਵੀ ਦੇ जो यात्री आते हैं वो भी रात आके रुकते हैं, लंगर फ्री ऑफ कास्ट।
ਚਾਹੇ ਚਾਂਦਨਗਰ ਗੁਰਦੁਆਰਾ ਸਾਹਿਬ ਹੋਏ, ਚਾਹੇ ਬਾਬਾ ਫਤਿਹ ਸਿੰਘ ਹੋਏ, ਚਾਹੇ ਨਾਨਕ ਨਗਰ ਹੋਏ, ਚਾਹੇ ਅਸ਼ੋਕ ਨਗਰ, ਜਿਹੜੀ ਵੀ ਸੰਗਤ ਬੇਲੇ ਕੋਲੇ ਆਏ ਉਹਨਾਂ ਲਈ ਲੰਗਰ ਹਮੇਸ਼ਾ ਪ੍ਰੋਵਾਈਡ ਹੁੰਦਾ ਹੈ। ਔਰ ਸਾਡੇ ਕੋਲ ਕੁਝ ਫੰਡ ਐਕਸਟਰਾ ਵੀ ਹੁੰਦੇ ਨੇ, ਜਿਸ ਤਰ੍ਹਾਂ ਪਿਛਲੇ ਦਿਨੀ ਕੋਵਿਡ-19 ਚੱਲਿਆ, ਉਸ ਦੇ ਵਿੱਚ ਬੰਦ ਹੋ ਗਿਆ ਸਾਰਾ। ਕਈ ਜਿਹੜਾ ਲੇਬਰ ਤਬਕਾ ਸੀ, ਛੋਟਾ ਤਬਕਾ ਸੀ, ਜਿਨ੍ਹਾਂ ਪਾਸ ਰੋਜੀ ਰੋਟੀ ਦਾ ਕੋਈ ਰੁਜ਼ਗਾਰ ਨਹੀਂ ਰਿਹਾ, ਉਹਨਾਂ ਲਈ ਫਿਰ ਅਸੀਂ ਕੋਵਿਡ-19 ਦੇ ਵਿੱਚ ਇੱਕ ਰੋਲ ਅਦਾ ਕੀਤਾ ਹੈ। ਸਾਡੇ ਚੇਅਰਮੈਨ ਸਾਹਿਬ ਨੇ, ਪ੍ਰਧਾਨ ਸਾਹਿਬ ਨੇ, ਅਸੀਂ ਸਾਰਿਆਂ ਨੇ ਮਿਲ ਕੇ, ਸਾਰੇ ਮੈਂਬਰ ਇਕੱਠੇ ਹੋਏ, ਅਸੀਂ ਇੱਕ ਫੈਸਲਾ ਕੀਤਾ, ਜਿਨ੍ਹਾਂ ਲੋਕਾਂ ਕੋਲ ਇਸ ਵਕਤ ਔਖੀ ਘੜੀ ਆਈ ਹੈ, ਅਸੀਂ ਚਾਵਲ, ਦਾਲ ਤੇ ਨਮਕ, ਇਹ ਜਿਹੜੀ ਸਮੱਗਰੀ ਸਾਰੀ ਜਿਹੜੇ ਖਾਣ ਪੀਣ ਵਾਲੀਆਂ ਜ਼ਰੂਰੀ ਚੀਜ਼ਾਂ ਨੇ, ਉਹਨਾਂ ਦੇ ਘੱਟੋ ਘੱਟ 20 ਲੱਖ ਰੁਪਏ ਦਾ ਰਾਸ਼ਨ ਅਸੀਂ ਸੰਗਤਾਂ ਵਿੱਚ ਵੰਡਿਆ, ਤਾਂ ਕਿ ਜੇ ਕਿ ਗੁਰੂ ਘਰ ਦਾ ਫੰਡ ਹੁੰਦਾ ਹੈ, ਔਖੇ ਮੌਕੇ ਕੰਮਾਂ ਲਈ ਸਿੱਖ ਸੰਗਤਾਂ ਦੇ ਘਰ ਘਰ ਜਾ ਕੇ ਅਸੀਂ ਪਹੁੰਚਾਇਆ। ਅਸੀਂ ਮੇਨ ਜਗ੍ਹਾ ਬਣਾਈ ਸੀ, ਬਾਬਾ ਫਤਿਹ ਸਿੰਘ ਗੁਰਦੁਆਰੇ ਹੈੱਡ ਆਫਿਸ ਬਣਾਇਆ ਸੀ। ਇੱਥੇ ਹੀ ਸਾਨੂੰ ਆਟਾ, ਚਾਵਲ, ਦਾਲ, ਨਮਕ, ਖੰਡ ਵਗੈਰਾ ਇਹ ਚੀਜ਼ਾਂ ਅਸੀਂ ਉਹ ਗਰੀਬ ਲੋਕਾਂ ਤੱਕ ਪਹੁੰਚਾਈਆਂ, ਜਿਨ੍ਹਾਂ ਪਾਸ ਚਾਹੇ ਉਹ ਸਿੱਖ ਸੀ, ਚਾਹੇ ਹਿੰਦੂ ਸੀ, ਕੋਈ ਵੀ ਸੀ ਜਿਹੜਾ ਜ਼ਰੂਰਤਮੰਦ ਸੀ। ਅਸੀਂ ਇੱਥੇ ਆਨਲਾਈਨ ਇੱਕ ਹੈਲਪਲਾਈਨ ਖੋਲੀ ਸੀ, ਉੱਥੇ ਜਿਹੜਾ ਨੰਬਰ ਲਿਖਾਉਂਦਾ ਸੀ ਉਹਨਾਂ ਦੇ ਘਰ ਘਰ ਅਸੀਂ ਪਹੁੰਚਾਇਆ। ਕਰੀਬਨ 20 ਲੱਖ ਰੁਪਏ ਦਾ ਖਰਚਾ। ਉਸ ਦੇ ਵਿੱਚ ਕੁਝ ਐਸੇ ਵੀ ਲੋਕ ਅੱਗੇ ਆਏ ਨੇ ਜਿਨ੍ਹਾਂ ਨੇ ਵੱਧ ਚੜ ਕੇ ਉੱਥੇ ਆ ਕੇ ਸੇਵਾ ਦਿੱਤੀ। ਕਿਸੇ ਨੇ ਆਟਾ ਦਿੱਤਾ, ਕਿਸੇ ਨੇ ਚਾਵਲ, ਕਿਸੇ ਨੇ ਦਾਲ ਦੀ ਸੇਵਾ ਕੀਤੀ ਹੈ। ਉਹ ਕਰੀਬਨ 20 ਲੱਖ ਰੁਪਇਆ ਸਾਡਾ ਡੀਜੀਪੀਸੀ ਨੇ ਖਰਚ ਕੇ ਉਸ ਸਮੇਂ ਗਰੀਬ ਲੋਕਾਂ ਦੀ ਉਹ ਮਦਦ ਕੀਤੀ ਹੈ। ਇਹ ਪੈਸਾ ਜੋ ਐਕਸਟਰਾ ਫੰਡਿੰਗ ਹੁੰਦੀ ਹੈ, ਕੋਈ ਔਕੜ ਆ ਜਾਏ, ਕੋਈ ਸੁਨਾਮੀ ਆ ਜਾਏ, ਕੁਝ ਹੋ ਜਾਏ, ਉਸ ਵਕਤ ਗੁਰੂ ਘਰ ਦੇ ਅਸੀਂ ਦਰਵਾਜ਼ੇ ਖੋਲ ਦਿੰਦੇ ਹਾਂ। ਜਿਸ ਨੂੰ ਕਿਤੇ ਲੰਗਰ ਨਹੀਂ ਮਿਲੇਗਾ ਉਹ ਗੁਰੂ ਘਰ ਆ ਕੇ ਛਕ ਸਕਦਾ ਹੈ ਫ੍ਰੀ ਆਫ ਕਾਸਟ। ਤੇ ਅਗਰ ਇੱਥੇ ਤੁਸੀਂ ਹੁਣ ਕਿਹਾ ਕਿ ਨਿਯੁਕਤ ਕੀਤੇ ਗਏ ਨੇ, ਭਾਈ ਸਾਹਿਬ ਦਾ ਤੁਸੀਂ ਨਾਮ ਵੀ ਲੈ ਇੱਕ ਵਾਰੀ ਫੇਰ ਰਿਪੀਟ ਕਰ ਦਿਓ ਕਿ ਜਿਹੜੇ ਐਸਜੀਪੀਸੀ ਦੇ ਨਾਲ ਜਿਹੜੀਆਂ ਵੀ ਕੀ ਉਹਨਾਂ ਦਾ ਕੀ ਰੋਲ ਰਹਿੰਦਾ? ਐਸਜੀਪੀਸੀ ਦਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵੱਖਰੀ ਕਮੇਟੀ ਬਣਾਉਣ ਦੀ ਕਿਉਂ ਜ਼ਰੂਰਤ ਪੈ ਜਾਂਦੀ ਹੈ ਕਿ ਐਸਜੀਪੀਸੀ ਦੇ ਅੰਡਰ ਕਿਉਂ ਨਹੀਂ ਇਸ ਚੀਜ਼ ਨੂੰ ਜਾਂਦੇ? ਦੇਖੋ, ਇੱਕ ਹੁੰਦਾ ਹੈ ਡਿਸਟ੍ਰਿਕਟ ਵਾਈਜ਼, ਸਾਡਾ ਜੰਮੂ ਕਸ਼ਮੀਰ ਦੀ ਆਪਣੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਕੰਮ ਉਹਨਾਂ ਦਾ ਕੀ ਰੋਲ ਰਹਿੰਦਾ ਜਦੋਂ ਉਹਨਾਂ ਦਾ ਰੋਲ? ਇੱਕ ਇੰਚਾਰਜ ਥਾਪੇ ਗਏ ਨੇ। ਸਾਡੇ ਜੰਮੂ ਕਸ਼ਮੀਰ ਲਈ ਵੀ ਸ਼੍ਰੋਮਣੀ ਕਮੇਟੀ ਦਾ ਇੱਕ ਬਜਟ ਹੁੰਦਾ ਹੈ। ਹਾਂ ਬਿਲਕੁਲ। ਉਹ ਬਜਟ ਕੁਝ ਤਕਰੀਬਨ 1 ਕਰੋੜ ਰੁਪਏ ਦਾ ਬਜਟ ਹੁੰਦਾ ਹੈ। ਕੁਝ ਜੰਮੂ, ਕੁਝ ਸ਼੍ਰੀਨਗਰ, 1 ਸਾਲ ਦਾ। ਹਾਂ, ਉਹ ਜਿੱਥੇ ਜਿੱਥੇ ਉਹਨਾਂ ਨੂੰ ਜ਼ਰੂਰਤ ਪਏ ਪ੍ਰਚਾਰ ਵਾਸਤੇ ਉਹ ਯੂਜ਼ ਕਰਦੇ ਨੇ। ਔਰ 10 ਪ੍ਰਚਾਰਕ ਉਹਨਾਂ ਨੇ ਰੱਖੇ ਨੇ। ਕਿਸੇ ਦੀ 10,000 ਸੈਲਰੀ ਹੈ, ਕਿਸੇ ਦੀ 12,000 ਹੈ, ਕਿਸੇ ਦੀ 15,000 ਹੈ। ਉਹ ਸੈਲਰੀ ਤੇ ਉਹਨਾਂ ਨੇ 10 ਪ੍ਰਚਾਰਕ ਰੱਖੇ ਨੇ। ਉਹ ਸ਼੍ਰੀਨਗਰ ਤੱਕ ਪ੍ਰਚਾਰ ਕਰਦੇ ਨੇ, ਲਦਾਖ ਤੱਕ ਵੀ ਜਾਂਦੇ ਨੇ। ਉਹ ਤੇ ਕੋਈ ਔਕੜ ਆ ਜਾਏ, ਸਾਡੇ ਉਹ ਹਮੇਸ਼ਾ ਮਦਦ ਵਾਸਤੇ ਪਿੱਛੇ। ਅਸੀਂ ਜਦੋਂ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਬਣਾਇਆ, ਉਸ ਵਕਤ ਉਹਨਾਂ ਨੇ ਸਾਡੇ ਡਿਸਟ੍ਰਿਕਟ ਜੰਮੂ ਵਾਸਤੇ ਉਸ ਵਕਤ ਉਹਨਾਂ ਨੇ 11 ਲੱਖ ਰੁਪਏ ਦਿੱਤਾ ਸੀ। ਜਿਸ ਤਰ੍ਹਾਂ ਇੱਕ ਵੱਡੇ ਪੱਧਰ ਤੇ ਸਮਾਗਮ ਹੋਇਆ ਸੀ, ਉਹਨਾਂ ਨੇ ਕਿਹਾ ਜੀ ਇਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲ ਹੈ, ਉਸ ਦੇ ਵਿੱਚ ਤੁਸੀਂ ਖਰਚ ਕਰ ਸਕਦੇ ਹੋ। ਇਸ ਤਰ੍ਹਾਂ ਕੋਈ ਵੱਡੇ ਸਮਾਗਮਾਂ ਦੇ ਵਿੱਚ ਅਗਰ ਕੋਈ ਜ਼ਰੂਰਤ ਪਵੇ ਤੇ ਉਹ ਸਾਡੀ ਮਦਦ ਹੈਲਪ ਕੀਤੀ ਜਾਂਦੀ ਹੈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ। ਤੇ ਦਰਸ਼ਕੋ, ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਤੇ ਫਿਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।